ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਅੱਜ ਦੇ ਇਸ ਲਾਈਵ ਸੈਸ਼ਨ ਦੇ ਵਿੱਚ। ਦੋਸਤੋ, ਅੱਜ ਦਾ ਜੋ ਲਾਈਵ ਸੈਸ਼ਨ ਹੈ ਇਹਦੇ ਵਿੱਚ 3-4 ਅਹਿਮ ਗੱਲਾਂ ਆਪਾਂ ਕਰਨੀਆਂ ਨੇ। ਇੱਕ ਤਾਂ ਮੇਰੀ ਬੇਨਤੀ ਹੈ ਦੋਸਤੋ ਕਿ ਜਦੋਂ ਵੀ ਕੋਈ ਸਵਾਲ ਪੁੱਛਣਾ ਹੁੰਦਾ, ਜਦੋਂ ਵੀ ਤੁਸੀਂ ਕੋਈ ਕਮੈਂਟਸ ਦੇ ਵਿੱਚ ਸਵਾਲ ਪੁੱਛਦੇ ਆ ਤਾਂ ਉਹ ਸਵਾਲ ਦਾ ਆਨਸਰ ਇਸ ਲਾਈਵ ਸੈਸ਼ਨ ਵਿੱਚ ਦਿੱਤਾ ਜਾ ਚੁੱਕਾ ਹੁੰਦਾ। ਪਰ ਕਈ ਵਾਰੀ ਜੋ ਮੈਂ ਕਹਿਣਾ ਚਾਹੁੰਦਾ, ਮੇਰੀ ਬੇਨਤੀ ਹੈ ਤੁਹਾਨੂੰ ਸਭ ਨੂੰ ਕਿ ਆਪਾਂ ਚੰਗੇ ਸਰੋਤੇ ਬਣ ਕੇ ਸੁਣਨਾ ਬੜਾ ਜ਼ਰੂਰੀ ਹੁੰਦਾ ਕਿ ਜਦੋਂ ਕੋਈ ਵੀਡੀਓ ਆਪਾਂ ਪਾਉਂਦੇ ਆ, ਕੋਈ ਅਪਲੋਡ ਕਰਦੇ ਆ ਤਾਂ ਉਹਦਾ ਸੰਬੰਧ ਤੁਹਾਨੂੰ ਪਤਾ ਹੀ ਆ ਕਿ ਇਹ ਇੱਕ ਅਫੀਸ਼ੀਅਲ ਪੇਜ ਆ ਤੇ ਇੱਥੇ ਜਿਹੜੀ ਵੀ ਵੀਡੀਓ ਅਪਲੋਡ ਹੋਊਗੀ ਉਹਦਾ ਸੰਬੰਧ ਇਮੀਗ੍ਰੇਸ਼ਨ ਨਾਲ ਹੀ ਹੋਊਗਾ। ਸੋ ਜਦੋਂ ਤੁਹਾਡੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੁਝ ਸਵਾਲ ਹੁੰਦੇ ਆ ਤਾਂ ਮੇਰੀ ਬੇਨਤੀ ਆ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਸੁਣ ਲਿਆ ਕਰੋ। ਅੱਜ ਦੋਸਤੋ ਆਪਾਂ 3-4 ਮੇਨ ਵਿਸ਼ੇ ਆ ਜਿਹੜੇ ਮੈਂ ਚੁਣੇ ਆ ਇਹ ਤੇ ਗੱਲ ਕਰਨ ਦੇ ਲਈ। ਉਹਦਾ ਕਾਰਨ ਇਹ ਹੈ ਕਿ ਰੈਗੂਲਰ ਕਮੈਂਟਸ ਦੇ ਵਿੱਚ ਮੈਨੂੰ ਪੁੱਛੇ ਜਾਂਦੇ ਸਵਾਲਾਂ ਦੇ ਵਿੱਚੋਂ ਹੀ ਮੈਂ ਵਿਸ਼ੇ ਨੂੰ ਅੱਜ ਚੁਣ ਲਿਆ। ਸਭ ਤੋਂ ਪਹਿਲਾ ਵਿਸ਼ਾ ਤਾਂ ਵੀ VFS ਗਲੋਬਲ ਅਸਲ ਦੇ ਵਿੱਚ ਬਾਇਓਮੈਟ੍ਰਿਕਸ ਲਈ ਖੁੱਲ੍ਹਣਗੇ ਕਦੋਂ। ਨੰਬਰ 2, ਮੈਂ ਸਪਟੰਬਰ ਸੈਸ਼ਨ ਕੇਸ ਅਪਲਾਈ ਕਰਨ ਦੇ ਅਗੇਂਸਟ ਕਿਉਂ ਸੀ। ਨੰਬਰ 3, AIP ਨੂੰ ਵੀਜ਼ਾ ਕਹਿਣਾ ਕਿੰਨਾ ਕੁ ਜਾਇਜ਼ ਸੀ ਤੇ ਹੁਣ ਜੋ AIP ਤੋਂ ਬਾਅਦ ਰਿਫਿਊਜ਼ਲਸ ਆ ਰਹੀਆਂ ਨੇ ਕੀ ਉਹ ਇੱਕ ਸਰਪ੍ਰਾਈਜ਼ ਆ ਜਾਂ ਉਹ ਪਹਿਲਾਂ ਹੀ ਕਲੀਅਰ ਸੀ ਕਿ ਫਾਈਨਲ ਡਿਸੀਜ਼ਨ ਲਿਆ ਜਾਊਗਾ। ਐਂਡ ਮੈਂ ਸਵਾਲਾਂ ਦੇ ਜਵਾਬ ਨਹੀਂ ਲਾਉਂਗਾ, ਸਿਰਫ ਤੇ ਸਿਰਫ ਇਹ ਵੀਡੀਓ ਬਣਾਉਂਗਾ, ਇਹਦੇ ਵਿੱਚ ਹੀ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਪਹਿਲੀ ਗੱਲ ਤਾਂ ਇੱਕ ਖਬਰ VFS ਗਲੋਬਲ ਨਾਲ ਸੰਬੰਧਿਤ ਕਿ ਬਾਇਓਮੈਟ੍ਰਿਕਸ ਲਈ, ਨਵੇਂ ਬਾਇਓਮੈਟ੍ਰਿਕਸ ਲਈ VFS ਗਲੋਬਲ ਨਵੰਬਰ ਦਾ ਮੰਥ ਨਹੀਂ ਖੁੱਲ੍ਹਣਗੇ। ਹੁਣ ਇਹਨੂੰ ਲੈ ਕੇ ਪੈਨਿਕ ਨਹੀਂ ਹੋਣਾ, ਘਬਰਾਹਟ 'ਚ ਨਹੀਂ ਜਾਣਾ, ਕੋਈ ਪ੍ਰੋਬਲਮ ਨਹੀਂ। ਦੇਖੋ, ਮੈਂ ਇੱਕ ਵੀਡੀਓ ਅੱਜ ਤੋਂ 6-7 ਦਿਨ ਪਹਿਲਾਂ ਪਾਈ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਬਾਇਓਮੈਟ੍ਰਿਕਸ ਲਈ VFS ਗਲੋਬਲ ਕਦੋਂ ਖੁੱਲ੍ਹਣਗੇ ਇਹ ਤਾਂ ਨਹੀਂ ਦੱਸਿਆ ਜਾ ਸਕਦਾ, ਬਟ VFS ਗਲੋਬਲ ਨੇ ਪਾਸਪੋਰਟ ਸਟੈਂਪਿੰਗ ਸ਼ੁਰੂ ਕਰਤੀ ਆ। ਉਸੇ ਦਿਨ ਮੈਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਤਰਤੀਬਵਾਰ ਕੰਮ ਕੀਤੇ ਜਾਣਗੇ। 7-8 ਮਹੀਨਿਆਂ ਤੋਂ ਇੱਕ ਸਿਸਟਮ ਬੰਦ ਪਿਆ, ਉਸ ਸਿਸਟਮ ਨੂੰ ਦੁਬਾਰਾ ਵਰਕਿੰਗ ਕੰਡੀਸ਼ਨ ਦੇ ਵਿੱਚ ਲਿਆਉਣ ਦੇ ਲਈ ਸਮਾਂ ਲੱਗੂਗਾ ਦੋਸਤੋ। 50-55 ਹਜ਼ਾਰ ਫਾਈਲ ਇਕੱਠੀ ਹੋਈ ਪਈ ਆ। ਹੁਣ ਜੋ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਕਹਿ ਦੇਣਗੇ ਕਿ ਅਸੀਂ ਓਪਨ ਆ ਜਾਓ, ਤਾਂ ਜਿਹੜਾ ਉੱਥੇ ਰਾਸ਼ ਹੋਊਗਾ, ਜਿਹੜਾ ਉਹ ਸਿਸਟਮ ਉੱਥੇ ਜਾ ਕੇ ਆਊਟ ਆਫ ਕੰਟਰੋਲ ਹੋਊਗਾ, ਉਸ ਕੰਡੀਸ਼ਨ ਨੂੰ ਪਹਿਲਾਂ ਹੀ ਵਾਚਦੇ ਹੋਏ, ਜਾਂਚਦੇ ਹੋਏ ਮੇਰੇ ਹਿਸਾਬ ਦੇ ਨਾਲ ਕੈਨੇਡੀਅਨ ਗਵਰਨਮੈਂਟ ਸੀਕੁਐਂਸ ਵਾਈਜ਼ ਪਹਿਲਾਂ ਕੇਸ ਨੂੰ ਨਿਪਟਾਊਗੀ। ਜਿਵੇਂ ਹੁਣ ਮੈਂ ਪਿੱਛੇ ਜੇ ਇੱਕ ਪਾਸਪੋਰਟ ਦੇ ਉੱਤੇ ਵੀਜ਼ਾ ਸਟੈਂਪ ਹੋਇਆ ਤੁਹਾਨੂੰ ਦਿਖਾਇਆ ਸੀ, ਜੋ ਕਿ 14 ਅਕਤੂਬਰ ਨੂੰ ਸਟੈਂਪ ਹੋਇਆ ਸੀ, 14-16 ਅਕਤੂਬਰ ਨੂੰ। ਐਂਡ ਉਹ ਰਿਕੁਐਸਟ ਸਾਨੂੰ ਪਾਸਪੋਰਟ ਦੇ ਅਕਤੂਬਰ ਦੇ ਵਿੱਚ ਆਈ ਸੀ, ਜਦੋਂ VFS ਗਲੋਬਲ ਨੇ ਕਿਹਾ ਸੀ ਕਿ ਹੁਣ ਅਸੀਂ ਪਾਸਪੋਰਟ ਘਰ ਤੋਂ ਚੱਕਾਂਗੇ, ਘਰੇ ਡਿਲੀਵਰ ਕਰਾਂਗੇ, ਜਾਂ ਰਿਪਰੈਜ਼ੈਂਟੇਟਿਵ ਦੇ ਆਫਿਸ ਤੋਂ ਚੱਕਾਂਗੇ, ਆਫਿਸ ਤੋਂ ਡਿਲੀਵਰ ਕਰਾਂਗੇ। ਉਸ ਦੌਰਾਨ ਉਹ ਰਿਕੁਐਸਟ ਆਈ, ਵੀਜ਼ਾ ਸਟੈਂਪ ਹੋ ਕੇ ਆਇਆ। ਅਕਤੂਬਰ ਤੋਂ ਬਾਅਦ ਨਵੰਬਰ, ਕੱਲ੍ਹ ਜਾਣੀ ਕਿ ਕੱਲ੍ਹ ਦੇ ਦਿਨ 4 ਨਵੰਬਰ 5 ਨਵੰਬਰ ਦੇ ਦਰਮਿਆਨ ਰਾਤ ਤੇ ਦਿਨ ਦੇ ਵਿਚਾਲੇ ਸਾਨੂੰ ਤਕਰੀਬਨ 5 ਤੋਂ 7 5-6 ਪਾਸਪੋਰਟ ਰਿਕੁਐਸਟ ਆ ਗਈਆਂ, ਜਿਹਦੇ ਵਿੱਚ ਇੱਕ ਸਟੂਡੈਂਟ ਵੀਜ਼ਾ ਦੀ ਆ, 5 ਓਪਨ ਵਰਕ ਪਰਮਿਟ ਦੀਆਂ ਨੇ। ਹੁਣ ਇਹ ਮੈਂ ਕਿਉਂ ਪਰਟੀਕੂਲਰਲੀ ਕਿਉਂ ਮੈਂਸ਼ਨ ਕੀਤਾ ਵੀ ਕਿੰਨੀਆਂ ਓਪਨ ਵਰਕ ਪਰਮਿਟ ਦੀਆਂ ਨੇ, ਕਿੰਨੀਆਂ ਸਟੂਡੈਂਟ ਦੀਆਂ, ਇਹ ਦੱਸਣ ਦੇ ਲਈ ਕਿ ਸਟੂਡੈਂਟ ਨੂੰ ਹਜੇ ਕੈਨੇਡੀਅਨ ਗਵਰਨਮੈਂਟ ਥੋੜ੍ਹਾ ਜਿਹਾ, ਕਿਉਂਕਿ ਮੈਕਸਿਮਮ ਕੇਸ ਜਨਵਰੀ ਸੈਸ਼ਨ ਲਈ ਲੱਗੇ ਹੋਏ ਨੇ, ਜਿਨ੍ਹਾਂ ਨੇ ਸਪਟੰਬਰ ਦੇ ਲਾਏ ਸੀ ਉਹਨਾਂ ਨੇ ਡੈਫਰ ਕਰ ਲਏ, ਆਨਲਾਈਨ ਪੜ੍ਹ ਰਹੇ ਨੇ, ਇਸ ਲਈ ਕਿਤੇ ਨਾ ਕਿਤੇ ਜਾ ਕੇ ਹਜੇ ਲੀਸਟ ਪ੍ਰਾਇਓਰਟੀ ਦੇ ਰਹੀ ਹੈ ਵੀ ਸਟੈਂਪਿੰਗ ਪਹਿਲਾਂ ਉਹਨਾਂ ਦੀ ਕਰ ਦਈਏ ਜਿਹੜੇ ਰਾਈਟ ਅਵੇ ਟਰੈਵਲ ਕਰਨਗੇ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਆਉਂਦੇ ਨੇ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟ। ਹੁਣ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟਸ ਨੂੰ ਰਿਕੁਐਸਟ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਪਾਸਪੋਰਟ ਸਟੈਂਪ ਕਰਾ ਲਓ। ਪਰ ਇਸ ਤੇ ਮੈਂ ਇਸ ਜਗ੍ਹਾ ਤੇ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਉਹ ਕੇਸ ਨੇ ਜਿਹੜੇ ਮਾਰਚ ਮਹੀਨੇ 'ਚ ਲੱਗੇ ਹੋਏ ਸੀ, ਲੋਕਡਾਊਨ ਤੋਂ ਪਹਿਲਾਂ ਕੁਝ ਦਿਨ ਪਹਿਲਾਂ, ਜਾਂ 15 ਦਿਨ ਪਹਿਲਾਂ, ਜਾਂ 20 ਦਿਨ ਪਹਿਲਾਂ, ਜਾਂ ਫਰਵਰੀ ਐਂਡ ਦੇ ਵਿੱਚ ਉਹ ਕੇਸ ਲੱਗੀ ਸੀ, ਜਾਂ ਫੈਬ ਦੇ ਲੱਗੇ ਹੋਏ ਸੀ, ਜਿਨ੍ਹਾਂ ਨੂੰ ਕਿਉਂਕਿ ਪ੍ਰੋਸੈਸਿੰਗ ਟਾਈਮ ਵੀ 90 ਬਿਜ਼ਨਸ ਡੇਜ਼ ਹੋ ਜਾਂਦਾ ਆ ਓਪਨ ਵਰਕ ਪਰਮਿਟ ਦਾ। ਸੋ ਉਹਨਾਂ ਨੂੰ ਮੈਡੀਕਲ ਰਿਕੁਐਸਟ ਆਈਆਂ ਸੀ ਲੋਕਡਾਊਨ ਦੌਰਾਨ, ਜਦੋਂ ਹਾਈ ਕਮਿਸ਼ਨ ਨੇ ਵਰਕਿੰਗ ਕਰਨਾ ਸ਼ੁਰੂ ਕੀਤਾ ਸੀ, ਵਰਕ ਕਰਨਾ ਸ਼ੁਰੂ ਕੀਤਾ ਸੀ। ਐਂਡ ਆਪਾਂ ਨੂੰ ਇਮੀਗ੍ਰੇਸ਼ਨ ਮਿਨਿਸਟਰ ਨੇ ਟਵੀਟ ਕਰਕੇ ਦੱਸਿਆ ਸੀ ਕਿ ਟੈਂਪਰੇਰੀ ਰੈਜ਼ੀਡੈਂਟ ਵੀਜ਼ਾਸ ਲਾਂਚ ਕਰਨੇ ਸ਼ੁਰੂ ਕਰੋ, ਅਸੀਂ ਹਾਈ ਕਮਿਸ਼ਨ ਨੂੰ ਵਰਕਿੰਗ 'ਚ ਲੈ ਆਂਦਾ ਆ। ਐਂਡ ਉਸ ਤੋਂ ਬਾਅਦ ਮੈਡੀਕਲ ਰਿਕੁਐਸਟ ਆਈਆਂ ਸੀ, ਜਿਨ੍ਹਾਂ ਨੂੰ ਮੈਡੀਕਲ ਰਿਕੁਐਸਟ ਆਈਆਂ ਸੀ ਉਹਨਾਂ ਦੇ ਹੁਣ ਉਹਨਾਂ ਨੇ ਪਾਸਪੋਰਟ ਮੰਗਣੇ ਸ਼ੁਰੂ ਕੀਤੇ ਨੇ, ਯਾਨੀ ਕਿ ਲੋਕਡਾਊਨ ਤੋਂ ਪਹਿਲਾਂ ਜਿਹੜੇ ਕੇਸ ਲੌਂਚ ਹੋ ਗਏ ਸੀ, ਬਟ ਲੋਕਡਾਊਨ ਕਾਰਨ ਉਹ ਕੇਸ ਡਿਲੇ ਹੋਏ 4-4 5-5 6-6 ਮਹੀਨੇ। ਹੁਣ ਉਹਨਾਂ ਨੂੰ ਪਹਿਲੇ ਨੰਬਰ ਤੇ ਉਹ ਰਿਕੁਐਸਟ ਭੇਜਣਗੇ ਪਾਸਪੋਰਟ ਦੀ। ਕਿਉਂ? ਕਿਉਂਕਿ ਉਹਨਾਂ ਦੇ ਬਾਇਓਮੈਟ੍ਰਿਕਸ ਵੀ ਡਨ ਨੇ, ਮੈਡੀਕਲ ਵੀ ਡਨ ਨੇ। ਸਭ ਤੋਂ ਪਹਿਲਾਂ ਪੂਰ ਇਹ ਕੱਢਣਗੇ ਤਾਂ ਜੋ ਉੱਥੇ ਇੱਕ ਵਾਰੀ ਜਿਹੜਾ ਹਾਈ ਕਮਿਸ਼ਨ ਦੇ ਉੱਤੇ ਇਹ ਰਾਸ਼ ਆ ਉਹ ਤਰਤੀਬ ਵੰਡਿਆ ਜਾਵੇ, ਹਿੱਸਿਆਂ ਦੇ ਵਿੱਚ ਵੰਡਣਗੇ। ਹੁਣ
ਸਪਟੰਬਰ ਸੈਸ਼ਨ ਦੇ ਵਿੱਚ ਕੇਸ ਨਾ ਲਾਉਣ ਦੀ ਜਿਹੜੀ ਗੱਲ ਸੀ, ਇੱਕ ਚੀਜ਼ ਮੇਰੇ ਹਿਸਾਬ ਨਾਲ ਤੁਹਾਨੂੰ ਕਲੀਅਰ ਹੋ ਗਈ ਹੋਊਗੀ ਕਿ ਹੁਣ ਰਿਕੁਐਸਟ ਆ ਕਿਹਨਾਂ ਨੂੰ ਰਹੀ ਆ। ਇਹ ਉਹਨਾਂ ਨੂੰ ਰਿਕੁਐਸਟ ਆ ਰਹੀ ਹੈ, ਦੁਬਾਰਾ ਦੱਸਣ ਜਾ ਰਿਹਾ, ਜਿਨ੍ਹਾਂ ਦੇ ਕੇਸ ਮਾਰਚ ਮਹੀਨੇ ਤੋਂ ਮਤਲਬ ਕਿ ਲੋਕਡਾਊਨ ਤੋਂ ਪਹਿਲਾਂ ਦੇ ਲੱਗੇ ਹੋਏ ਨੇ, ਉਹਨਾਂ ਨੂੰ ਪਾਸਪੋਰਟ ਰਿਕੁਐਸਟ ਆਈ ਆ। ਇੱਥੋਂ ਸਾਨੂੰ ਇਹ ਚੀਜ਼ ਤਾਂ ਕਲੀਅਰ ਹੋ ਰਹੀ ਆ ਨਾ ਕਿ VFS ਗਲੋਬਲ ਨੇ ਇੱਕ ਵਾਰੀ ਹਾਈ ਕਮਿਸ਼ਨ ਦੇ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਹ ਵਰਕਿੰਗ ਦੇ ਵਿੱਚ ਆ ਚੁੱਕੇ ਨੇ। ਬਟ ਬਾਇਓਮੈਟ੍ਰਿਕਸ ਦੇ ਲਈ ਉਹ ਹਜੇ ਇਸ ਲਈ ਨਹੀਂ ਖੋਲ੍ਹ ਰਹੇ ਕਿਉਂਕਿ ਉਹ ਤਰਤੀਬਵਾਰ ਖੋਲ੍ਹਣਗੇ, ਹੌਲੀ ਵਰਕਿੰਗ 'ਚ ਲੈ ਕੇ ਆਉਣਗੇ ਸਾਰੇ ਸਿਸਟਮ ਨੂੰ। ਸੋ ਨਾਮੋਸ਼ ਨਾ ਹੋਵੋ, ਪੇਸ਼ੈਂਸ ਜਿੱਥੇ ਇੰਨੇ ਬਣਾ ਕੇ ਰੱਖੇ ਨੇ ਥੋੜ੍ਹੇ ਜਿਹੇ ਪੇਸ਼ੈਂਸ ਤੁਸੀਂ ਹੋਰ ਬਣਾ ਕੇ ਰੱਖੋ। ਜਲਦੀ ਹੀ VFS ਗਲੋਬਲ ਖੁੱਲ੍ਹਣ ਦੀ ਇੱਕ ਚੰਗੀ ਨਿਊਜ਼ ਆਊਗੀ। ਡਿਲੇ ਹੁੰਦਾ ਆ ਰਿਹਾ ਲਗਾਤਾਰ, ਹਰੇਕ ਮਹੀਨੇ ਦੀ ਅਗਲੀ ਡੇਟ ਪਾ ਦਿੱਤੀ ਜਾਂਦੀ ਹੈ ਕਿ ਆਹ ਮਹੀਨਾ ਨਹੀਂ ਖੋਲ੍ਹ ਰਹੇ, ਬਟ ਇੱਕ ਦਿਨ ਖੋਲ੍ਹਣਾ ਹੀ ਆ। ਬਟ ਆਪਾਂ ਨੂੰ ਇਸ ਗੱਲ ਦਾ ਹੁਣ ਹੌਸਲਾ ਆ ਕਿ ਵਰਕਿੰਗ 'ਚ ਆ ਗਿਆ ਆ, ਪਾਸਪੋਰਟ ਸਟੈਂਪ ਹੋ ਕੇ ਰੈਗੂਲਰ ਮਿਲਣੇ ਸ਼ੁਰੂ ਹੋ ਗਏ ਨੇ। 4 ਪਾਸਪੋਰਟ 5 ਪਾਸਪੋਰਟ ਓਪਨ ਵਰਕ ਪਰਮਿਟ ਤੇ ਜਾ ਰਹੇ ਨੇ, ਇੱਕ ਸਟੂਡੈਂਟ ਦਾ ਜਾ ਰਿਹਾ। ਜਦੋਂ ਹੀ ਸਟੈਂਪ ਹੋ ਕੇ ਆ ਕੇ ਮੈਂ ਤੁਹਾਡੇ ਨਾਲ ਲਾਈਵ ਹੋਊਂਗਾ ਦੁਬਾਰੇ ਉਹ ਲੈ ਕੇ ਪਾਸਪੋਰਟ। ਸੋ ਉਹਦਾ ਕਾਰਨ ਇਹ ਹੁੰਦਾ, ਚਲੋ ਐਡਵਰਟੀਜ਼ਮੈਂਟ ਤਾਂ ਹੈ ਹੀ ਹੈ, ਨਾਲ ਹੌਸਲਾ ਬਣਾ ਕੇ ਰੱਖਣਾ। ਜਿਹੜੇ ਕੈਂਡੀਡੇਟ ਸਾਡੇ ਨਾਲ ਜੁੜੇ ਹੋਏ ਨੇ, ਮੇਰੇ ਪੇਜ ਥਰੂ ਮੇਰੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਹੌਸਲਾ ਬਣਾ ਕੇ ਰੱਖਣਾ। ਦੂਸਰਾ, ਸਪਟੰਬਰ ਸੈਸ਼ਨ ਨੂੰ ਨਾ ਕਿਉਂ ਕਿਹਾ ਸੀ ਦੋਸਤੋ? ਆਫਿਸ ਮੈਂ ਨਾ ਕਹਿਣ ਲਈ ਨਹੀਂ ਖੋਲ੍ਹਿਆ, ਨਾ ਕਹਿਣ ਦੇ ਮੈਨੂੰ ਪੈਸੇ ਨਹੀਂ ਮਿਲਦੇ, ਹਾਂ ਕਹਿਣ ਦੇ ਪੈਸੇ ਮਿਲਦੇ ਆ। ਨਾ ਇਸ ਲਈ ਕਿਹਾ ਸੀ, ਪਹਿਲੀ ਵਾਰ ਇੱਕ ਸਦੀ ਦੇ ਵਿੱਚ, ਜਾਂ ਆਪਾਂ ਕਹਿ ਲਈਏ ਸਾਡੀ ਜਨਰੇਸ਼ਨ ਨੇ ਜਾਂ ਸਾਡੇ ਤੋਂ ਪਹਿਲਾਂ ਵਾਲੀ ਜਨਰੇਸ਼ਨ ਨੇ ਪਹਿਲੀ ਵਾਰ ਲਾਈਫ ਦੇ ਵਿੱਚ ਇਹ ਚੀਜ਼ ਫੇਸ ਕੀਤੀ ਕਿ ਸਾਰਾ ਕੁਝ ਰੁਕ ਗਿਆ, ਸਾਰੀ ਦੁਨੀਆ ਬੰਦ ਹੋ ਗਈ, ਜਹਾਜ਼, ਟ੍ਰੇਨਾਂ, ਬੱਸਾਂ, ਸਭ ਕੁਝ ਰੋਕ ਦਿੱਤਾ ਗਿਆ। ਸੋ ਇਸ ਕੰਡੀਸ਼ਨ ਨੂੰ ਜੱਜ ਕਰਨਾ ਜਾਂ ਆਉਣ ਵਾਲੇ ਦਿਨ ਕਿਵੇਂ ਦੇ ਹੋਣਗੇ ਉਹ ਸਮਝਣ ਦੇ ਲਈ ਸਾਨੂੰ ਸਮਾਂ ਚਾਹੀਦਾ ਸੀ। ਮੇ ਸੈਸ਼ਨ ਆਲਮੋਸਟ ਡਨ ਹੋ ਚੁੱਕਿਆ ਸੀ, ਸਪਟੰਬਰ ਸੈਸ਼ਨ ਬਿਲਕੁਲ ਲੋਕਡਾਊਨ ਦੇ ਵਿੱਚ ਆਇਆ। ਸੋ ਮੈਂ ਕਿਤੇ ਨਾ ਕਿਤੇ ਇਹ ਰਿਕੁਐਸਟ ਕੀਤੀ ਸੀ, ਬੇਨਤੀ ਕੀਤੀ ਸੀ ਆਪਦੇ ਵੱਲੋਂ। ਮੈਂ ਸਾਰਿਆਂ ਨੂੰ ਨਹੀਂ ਕਿਹਾ ਸੀ ਤੁਸੀਂ ਮੈਨੂੰ ਫੋਲੋ ਕਰੋ, ਮੈਂ ਆਪਦਾ ਦੱਸਿਆ ਸੀ ਕਿ ਮੇਰੇ ਜਿਹੜੇ ਸਟੂਡੈਂਟ ਮੈਨੂੰ ਆਪਦੀਆਂ ਸਰਵਿਸਿਜ਼ ਲਈ ਚੁਣਦੇ ਨੇ, ਮੈਂ ਉਹਨਾਂ ਨੂੰ ਐਟਲੀਸਟ ਇਹ ਕਹਿ ਸਕਾਂ ਵੀ ਜਨਵਰੀ ਸੈਸ਼ਨ ਲਈ ਜਾਓ, ਸੋ ਦੈਟ ਆਪਣੇ ਕੋਲ ਇੱਕ ਪਰਟੀਕੂਲਰ ਟਾਈਮ ਹੋਵੇ ਜਿਹਦੇ ਵਿੱਚ ਆਪਾਂ ਜੱਜ ਕਰ ਸਕੀਏ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ। ਐਂਡ ਉਹ ਤੋਂ ਸਾਨੂੰ ਜੱਜਮੈਂਟ ਹੋ ਵੀ ਗਈ ਸੀ ਕਿ ਆਉਣ ਵਾਲਾ ਜਿਹੜਾ ਟਾਈਮ ਆ, ਸਪਟੰਬਰ ਸੈਸ਼ਨ ਆਨਲਾਈਨ ਪੜ੍ਹਨਾ ਪਊਗਾ, ਬੱਚਿਆਂ ਨੂੰ ਪੜ੍ਹਨਾ ਹੀ ਪੈਣਾ। ਬਟ ਜਨਵਰੀ ਲਈ ਕਿਤੇ ਨਾ ਕਿਤੇ ਆਪਾਂ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਉਦੋਂ ਤੱਕ ਖੁੱਲ੍ਹ ਜੇ। ਬਟ ਜੋ ਹੁਣ ਕੰਡੀਸ਼ਨ ਆ VFS ਗਲੋਬਲ ਦੀ, ਜਨਵਰੀ ਸੈਸ਼ਨ ਵਾਲੇ ਬੱਚੇ ਵੀ ਆਨਲਾਈਨ ਇੱਕ ਵਾਰੀ ਪੜ੍ਹਨਗੇ ਕਿਉਂਕਿ ਟਰੈਵਲ ਦੇ ਲਈ ਵੀਜ਼ਾ ਸਟੈਂਪਿੰਗ ਚਾਹੀਦੀ ਆ, ਐਂਡ ਵੀਜ਼ਾ ਸਟੈਂਪਿੰਗ ਬਾਇਓਮੈਟ੍ਰਿਕਸ ਤੋਂ ਬਿਨਾਂ ਪੋਸੀਬਲ ਨਹੀਂ। ਐਂਡ ਬਾਇਓਮੈਟ੍ਰਿਕਸ ਲਈ VFS ਗਲੋਬਲ ਨਵੰਬਰ ਮੰਥ ਵੀ ਨਹੀਂ ਖੁੱਲ੍ਹ ਰਿਹਾ। ਹੁਣ ਤੀਸਰੀ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਵੀ AIP ਨੂੰ ਵੀਜ਼ਾ ਕੰਸੀਡਰ ਕਰਨਾ ਕਿੰਨਾ ਕੁ ਜਾਇਜ਼ ਸੀ। ਦੋਸਤੋ ਬਿਲਕੁਲ ਵੀ ਨਹੀਂ ਜਾਇਜ਼ ਸੀ। ਜੇ ਤੁਸੀਂ ਮੇਰੀ ਉਹ ਪੁਰਾਣੀ ਵੀਡੀਓ AIP ਜਦੋਂ ਸ਼ੁਰੂ ਹੋਇਆ ਸੀ 2 ਵੀਜ਼ਾ ਪ੍ਰੋਸੈਸ, ਤਾਂ ਮੈਂ ਉਹਨੂੰ 2-3 ਦਿਨ ਵਾਚ ਕੇ ਜਿੰਨੀ ਕੁ ਮੈਨੂੰ ਅੰਗਰੇਜ਼ੀ ਪੜ੍ਹਨੀ ਆਉਂਦੀ ਆ ਐਂਡ ਜਿੰਨਾ ਕੁ ਮੈਂ ਉਹ ਤੋਂ ਸਮਝ ਕੇ ਅਜ਼ਿਊਮ ਕਰਕੇ ਤੁਹਾਡੇ ਤੱਕ ਮੈਸੇਜ ਲਾਇਆ ਸੀ, ਮੈਂ ਇੰਨਾ ਹੀ ਲਾਇਆ ਸੀ ਕਿ ਜਦੋਂ ਕੰਡੀਸ਼ਨਸ ਅਪਲਾਈ ਹੋ ਜਾਣ ਕਿਸੇ ਵੀ ਸਿਸਟਮ ਦੇ ਉੱਤੇ, ਜਦੋਂ ਉਹਨਾਂ ਨੇ ਲਿਖ ਕੇ ਹੀ ਪਤਾ ਕਿ ਇਹ ਡਿਸੀਜ਼ਨ ਨੂੰ ਫਾਈਨਲ ਡਿਸੀਜ਼ਨ ਨਾ ਮੰਨਿਆ ਜਾਵੇ, ਮੈਂ ਕੋਈ ਹੋਰ ਦੂਸਰਾ ਤੀਸਰਾ ਬੰਦਾ ਕੌਣ ਹੁੰਦਾ ਇਸ ਚੀਜ਼ ਦੇ ਉੱਤੇ ਕਿੰਤੂ ਕਰਨ ਵਾਲਾ ਕਿ ਨਹੀਂ ਇਸ ਚੀਜ਼ ਨੂੰ ਪਿਛਲੀ ਲਾਈਨ ਨੂੰ ਪੜ੍ਹੋ ਨਾ, ਬਸ ਪਹਿਲੀਆਂ ਪੜ੍ਹ ਲਓ ਤੇ ਇਹ ਵੀਜ਼ਾ ਹੀ ਆ। ਮੈਂ ਦੋਸਤੋ ਇਹ ਨਹੀਂ ਗੱਲ ਕਰ ਰਿਹਾ ਵੀ ਕਿੰਨੇ % ਕੇਸ ਰਿਫਿਊਜ਼ ਹੋਣਗੇ, ਮੈਂ ਵੀਜ਼ਾਸ ਦੋਨੇ ਹੀ ਆਉਂਦੇ ਨੇ। ਬਟ ਹਾਈ ਕਮਿਸ਼ਨ ਨੂੰ ਪੜ੍ਹਨਾ, ਵਾਚਣਾ, ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ। ਇੱਕ ਚੀਜ਼ ਤੁਹਾਨੂੰ ਸਮਝਣੀ ਪਊਗੀ ਕਿ CIC ਰੂਲਸ ਐਂਡ ਰੈਗੂਲੇਸ਼ਨਸ ਬਣਾਉਂਦੀ ਆ, ਐਂਡ CIC ਰੂਲਸ ਐਂਡ ਰੈਗੂਲੇਸ਼ਨਸ ਬਣਾ ਕੇ ਲਿਖਤੀ ਰੂਪ ਦੇ ਵਿੱਚ ਆਪਦੀ ਸਾਈਟ ਦੇ ਉੱਤੇ ਅਪਡੇਟ ਕਰਦੀ ਆ। ਪਰ ਇੱਕ ਚੀਜ਼ ਤੁਸੀਂ ਕਦੇ ਵੀ ਨਾ ਭੁੱਲਿਓ, ਜੋ ਚੀਜ਼ਾਂ ਉਹ ਲਿਖਦੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ ਉਹਨਾਂ ਨੇ ਹਿਊਮਨ ਬ੍ਰੇਨ ਬਿਠਾਏ ਨੇ ਕੌਂਸਲੇਟਸ ਦੇ ਵਿੱਚ, ਤੇ ਉਹ ਕਿਵੇਂ ਰਿਐਕਟ ਕਰਦੇ ਨੇ ਕਿਸੇ ਦਾ ਕੇਸ ਪੜ੍ਹ ਕੇ, ਕਿਸੇ ਦਾ ਪ੍ਰੋਫਾਈਲ ਪੜ੍ਹ ਕੇ, ਇਹ ਇੱਥੇ ਬੈਠ ਕੇ ਆਪਦੇ ਆਫਿਸ ਦੇ ਵਿੱਚ ਬੈਠ ਕੇ ਦੱਸਣਾ ਨਾਮੁਮਕਿਨ ਦੇ ਬਰਾਬਰ ਆ। ਇਹ ਗੱਲ ਕਹਿਣੀ ਬੜੀ ਔਖੀ ਆ। ਕੋਈ ਕਹਿੰਦਾ ਮੈਂ ਪਤਾ ਨਹੀਂ ਮੇਰੇ ਕੋਲ ਕਿਹੜਾ ਲਾਇਸੈਂਸ ਆ, ਮੈਂ ਕੀ ਬਣ ਗਿਆ, ਕੋਈ ਕੁਛ। ਦੋਸਤੋ ਅਸਲ ਦੇ ਵਿੱਚ ਐਸੀਆਂ ਕੋਈ ਗੱਲਾਂ ਨਹੀਂ ਹੈਗੀਆਂ। ਹਾਂ, ਅਸੀਂ ਸਟੈਟਸ ਦੇ ਉੱਤੇ ਕੰਮ ਕਰਦੇ ਹਾਂ, ਸਾਡੇ ਕੰਮ ਕਰਨ ਦਾ ਤਰੀਕਾ, ਹਰੇਕ ਇਮੀਗ੍ਰੇਸ਼ਨ ਕੰਸਲਟੈਂਟ ਦੇ ਕੰਮ ਕਰਨ ਦਾ ਤਰੀਕਾ ਸਟੈਟਸ ਹੀ ਹੁੰਦੇ ਨੇ। ਮੈਂ ਓਪਨ ਵਰਕ ਪਰਮਿਟ ਦੇ ਕੇਸ ਲਾਉਣਾ, ਮੇਰੇ ਕੋਲੇ ਰਿਫਿਊਜ਼ਲਸ ਆਉਂਦੀਆਂ, ਵੀਜ਼ਾਸ ਆਉਂਦੇ ਨੇ, ਮੈਂ ਉਹਨਾਂ ਨੂੰ ਪੜ੍ਹਦਾ, ਵਾਚਦਾ ਵੀ ਕਿਉਂ ਵੀਜ਼ਾ ਆਫਿਸਰ ਕਿਹੜੀਆਂ ਕੰਡੀਸ਼ਨਸ ਨੂੰ ਧਿਆਨ ਦੇ ਵਿੱਚ ਰੱਖ ਕੇ ਵੀਜ਼ਾਸ ਦੇ ਰਿਹਾ, ਕਿਹੜੀਆਂ ਕੰਡੀਸ਼ਨਸ ਨੂੰ ਧਿਆਨ ਦੇ ਵਿੱਚ ਰੱਖ ਕੇ ਰਿਫਿਊਜ਼ ਕਰ ਰਿਹਾ। ਉਸ ਚੀਜ਼ ਨੂੰ ਆਧਾਰ ਬਣਾ ਕੇ ਅਸੀਂ ਕੇਸ ਨੂੰ ਅੱਗੇ ਪ੍ਰੋਸੈਸ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਪੋਜ਼ਿਟਿਵ ਰਿਜ਼ਲਟਸ ਨਿਕਲਣ। ਪਰ ਤੁਸੀਂ ਇਸ ਚੀਜ਼ ਨੂੰ ਸਮਝਣਾ ਹੋਊਗਾ ਕਿ ਜਦੋਂ CIC
ਕੋਈ ਟਰਮਸ ਐਂਡ ਕੰਡੀਸ਼ਨਸ ਬਣਾ ਕੇ ਆਪਦੀ ਸਾਈਟ ਦੇ ਉੱਤੇ ਅਪਲੋਡ ਕਰਦੀ ਆ, ਪਰ ਉਹਨੂੰ ਇੰਪਲੀਮੈਂਟ ਕਰਵਾਇਆ ਕਿਤੋਂ ਜਾਂਦਾ? ਵੀਜ਼ਾ ਆਫਿਸਰਸ ਤੋਂ, ਜਿਹੜੇ ਜੱਜ ਬੈਠੇ ਨੇ ਉੱਥੇ। ਤੇ ਉਹ ਜੱਜ ਸਾਨੂੰ ਕਿਵੇਂ ਟਰੀਟ ਕਰਦੇ ਨੇ, ਇਹ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਜਿਹੜੇ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟ ਦਿੱਲੀ ਹਾਈ ਕਮਿਸ਼ਨ ਦੇ ਵਿੱਚ ਇੰਟਰਵਿਊ ਦੇਣ ਗਏ ਆ। ਪਾਸਪੋਰਟ ਵੀ ਚੱਕ ਮਾਰੇ ਜਾਂਦੇ ਨੇ। ਕਿਉਂ? ਕਿਤੇ ਨਾ ਕਿਤੇ ਜਾ ਕੇ ਕਮਿਊਨਿਟੀ ਦਾ ਇੱਕ ਜੋ ਕੀ ਕਹਿੰਦੇ ਹੁੰਦੇ ਆ ਕੌਨਫਲਿਕਟ ਆ, ਜਾਂ ਕਿਸੇ ਕਮਿਊਨਿਟੀ ਦਾ ਜ਼ਿਆਦਾ ਰਾਈਜ਼ ਹੋਣਾ, ਜਾਂ ਕਿਸੇ ਗਵਰਨਮੈਂਟ ਦਾ ਇੱਕ ਪਰਟੀਕੂਲਰ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਕਿ ਤੁਸੀਂ ਇਹ ਸਾਡੇ ਕੋਲੇ ਆਉਣ, ਮਿਹਨਤੀ ਨੇ, ਪੜ੍ਹੇ ਲਿਖੇ ਨੇ, ਜਲਦੀ ਇਸਟੈਬਲਿਸ਼ ਹੁੰਦੇ ਨੇ, ਜਲਦੀ ਫੈਮਲੀਜ਼ ਬਣਾਉਂਦੇ ਨੇ, ਵਿਆਹ ਕਰਦੇ ਨੇ। ਹਰ ਪੱਖੋਂ ਹੀ ਅਸੀਂ ਕੈਨੇਡੀਅਨ ਗਵਰਨਮੈਂਟ ਲਈ ਲਾਹੇਵੰਦ ਹਾਂ। ਬਟ ਜੋ ਲੋਕ ਸਾਨੂੰ ਉੱਥੇ ਵੀਜ਼ਾ ਦੇਣ ਲਈ ਚੁਣੇ ਗਏ ਨੇ, ਉਹ ਕਿਤੇ ਨਾ ਕਿਤੇ ਇਸ ਚੀਜ਼ ਦੇ ਨਾਲ ਹਿਊਮਨ ਆ। ਕਿਤੇ ਜੈਲਸ ਫੈਕਟਰ ਵੀ ਆ ਜਾਂਦਾ, ਕਿਤੇ ਗੁੱਸਾ ਵੀ ਆ ਜਾਂਦਾ, ਕਿਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਨੂੰ ਉੱਥੇ ਜਾ ਕੇ ਸਾਹਮਣਾ ਕਰਨਾ ਪੈਂਦਾ। ਐਂਡ ਤੁਸੀਂ ਇਹ ਚੀਜ਼ ਪੁੱਛ ਸਕਦੇ ਹੋ ਉਸ ਕੈਂਡੀਡੇਟ ਤੋਂ। ਦੁਬਾਰੇ ਕਹਿ ਰਿਹਾ, ਜਿਹਨੇ ਜਾ ਕੇ ਇੰਟਰਵਿਊ ਫੇਸ ਕੀਤੀ ਆ ਹਾਈ ਕਮਿਸ਼ਨ ਦੇ ਵਿੱਚ ਓਪਨ ਵਰਕ ਪਰਮਿਟ ਦੀ, ਐਂਡ ਇੱਕ ਫੀਮੇਲ ਕੌਂਸਲੇਟ ਆ ਉੱਥੇ। ਜਦੋਂ ਉਹ ਟਰੀਟ ਕਰਦੀ ਆ ਸਾਡੇ ਬੰਦਿਆਂ ਨੂੰ, ਤੇ ਉੱਥੋਂ ਪਤਾ ਲੱਗਦਾ ਕਿ ਉਹ ਕਿਸ ਬੇਰੁਖੀ ਨਾਲ ਸਾਨੂੰ ਟਰੀਟ ਕਰਦੀ ਆ। ਸੋ ਉਹਨਾਂ ਥਰੂ ਹੋ ਕੇ ਸਾਡੀਆਂ ਫਾਈਲਸ ਨਿਕਲਣੀਆਂ ਨੇ, ਤੇ ਅਸੀਂ ਇੱਥੇ ਆਫਿਸ ਦੇ ਵਿੱਚ ਬੈਠ ਕੇ ਆਪਦੇ ਟੇਬਲ ਤੇ ਹੱਥ ਮਾਰ ਕੇ ਗਰੰਟੀਆਂ ਨਹੀਂ ਚੱਕ ਸਕਦੇ ਕਿ ਤੁਸੀਂ ਸਾਡੇ ਤੋਂ ਕੇਸ ਲਵਾ ਲਿਆ ਤੇ ਅਸੀਂ ਵੀਜ਼ੇ ਲਵਾ ਦਿਆਂਗੇ। ਵੀਜ਼ੇ ਦਾ ਤਾਂ ਜਿਹੜਾ ਫੈਸਲਾ ਆ ਉਹ ਹਾਈ ਕਮਿਸ਼ਨ ਨੇ ਲੈਣਾ। ਮੈਂ ਜਾਂ ਕੋਈ ਵੀ ਮੇਰਾ ਵੀਰ ਜਿਹੜੇ ਮੇਰੇ ਤੋਂ ਸੀਨੀਅਰ ਵੀ ਨੇ, ਵਿਦ ਆਲ ਡਿਊ ਰਿਸਪੈਕਟ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡਾ ਕੰਮ ਪੇਪਰ ਫਾਈਲ ਰੈਡੀ ਕਰਨ ਤੇ ਆ ਕੇ ਮੁੱਕ ਜਾਂਦਾ। ਜਦੋਂ VFS ਗਲੋਬਲ 'ਚ ਫਾਈਲ ਜਾਂ ਡਾਇਰੈਕਟ ਆਨਲਾਈਨ ਫਾਈਲ ਹਾਈ ਕਮਿਸ਼ਨ ਨੂੰ ਸਬਮਿਟ ਹੋ ਜਾਂਦੀ ਆ, ਉਸ ਤੋਂ ਬਾਅਦ ਗੱਲ ਸਾਰੀ ਸਾਡੇ ਹੱਥੋਂ ਨਿਕਲ ਜਾਂਦੀ ਆ, ਹਾਈ ਕਮਿਸ਼ਨ ਤੇ ਜਾਂ ਮਹਾਰਾਜ ਤੇ ਟਿਕ ਜਾਂਦੀ ਆ ਕਿ ਤੁਹਾਡੇ ਲੇਖਾਂ ਦੇ ਵਿੱਚ ਤੁਹਾਡਾ ਦਾਣਾ ਪਾਣੀ ਕਿਵੇਂ ਲਿਖਿਆ ਹੋਇਆ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਅੱਜ ਸੋਚ ਰਿਹਾ ਸੀ ਕਿ ਤੁਹਾਡੇ ਨਾਲ ਡਿਸਕਸ ਕਰਾਂ, ਤੁਹਾਨੂੰ ਦੱਸਾਂ ਕਿ VFS ਗਲੋਬਲ ਨਵੰਬਰ ਮੰਥ ਵੀ ਨਵੇਂ ਬਾਇਓਮੈਟ੍ਰਿਕਸ ਲਈ ਨਹੀਂ ਖੁੱਲੂਗਾ। ਜਿਨ੍ਹਾਂ ਦੇ ਪੁਰਾਣੇ ਬਾਇਓਮੈਟ੍ਰਿਕਸ ਹੋਏ ਸੀ, ਮੈਡੀਕਲ ਹੋਏ ਸੀ, ਉਹਨਾਂ ਨੂੰ ਪਾਸਪੋਰਟ ਰਿਕੁਐਸਟ ਆਉਣੀਆਂ ਸ਼ੁਰੂ ਹੋ ਗਈਆਂ। ਬਹੁਤ ਜਲਦ ਨਵੇਂ ਪਾਸਪੋਰਟ ਲੈ ਕੇ ਵੀਜ਼ਾ ਦੇ ਨਾਲ ਮੈਂ ਤੁਹਾਡੇ ਰੂਬਰੂ ਹੋਊਂਗਾ। 2-3-4 ਦਿਨਾਂ ਦੇ ਵਿੱਚ ਹੀ ਮੈਂ ਜਿਵੇਂ ਹੀ ਪਾਸਪੋਰਟ ਚੱਕ ਕੇ ਜਾਣਗੇ ਇੱਥੋਂ, ਹਫ਼ਤੇ ਦੇ ਵਿੱਚ ਪਾਸਪੋਰਟ ਸਟੈਂਪ ਹੋ ਕੇ ਆ ਜਾਊਗਾ। ਜਦੋਂ ਹੀ ਆਉਣਗੇ ਮੈਂ ਨਵੇਂ ਪਾਸਪੋਰਟ ਵੀਜ਼ਾਸ ਦੇ ਨਾਲ ਤੁਹਾਡੇ ਰੂਬਰੂ ਹੋਊਂਗਾ, ਤਾਂ ਜੋ ਤੁਹਾਨੂੰ ਦੱਸ ਸਕਾਂ ਕਿ ਕੰਮ ਕਰਨਾ ਸ਼ੁਰੂ ਕਰਤਾ VFS ਨੇ। ਜਿੱਥੇ ਆਪਾਂ ਅੱਗੇ 6-7 ਮਹੀਨੇ 8 ਮਹੀਨੇ ਹੌਸਲਾ ਬਣਾ ਕੇ ਰੱਖਿਆ, ਹੁਣ ਵੀ ਆਪਾਂ ਹੌਸਲਾ ਬਣਾ ਕੇ ਰੱਖੀਏ। ਜੋ ਸਤੰਬਰ, ਇੱਕ ਗੱਲ ਮੈਂ ਦੁਬਾਰੇ ਦੱਸਣੀ ਚਾਹੁੰਦਾ ਕਿ ਸਤੰਬਰ ਸੈਸ਼ਨ ਦੇ ਵਿੱਚ ਜਿਹੜੇ 1 ਸਾਲ ਦਾ ਕੋਰਸ ਲੈ ਕੇ ਬੱਚੇ ਪੜ੍ਹ ਰਹੇ ਸੀ, ਆਨਲਾਈਨ ਕਲਾਸਿਸ ਲੈ ਰਹੇ ਸੀ, ਹਜੇ ਤੱਕ ਉਹਨਾਂ ਨੇ ਟਰੈਵਲ ਨਹੀਂ ਕੀਤਾ ਜਾਂ ਉਹ ਟਰੈਵਲ ਕਰਨਾ ਚਾਹੁੰਦੇ ਨੇ, ਪਲੀਜ਼ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਓ। ਜੇ ਤੁਸੀਂ ਇਨਸਾਈਡ ਇੰਡੀਆ ਰਹਿ ਕੇ ਆਊਟਸਾਈਡ ਕੈਨੇਡਾ, ਇਨਸਾਈਡ ਇੰਡੀਆ ਆਪਦੇ ਘਰ 'ਚ ਬੈਠ ਕੇ ਆਨਲਾਈਨ ਕਲਾਸਿਸ ਲੈ ਰਹੇ ਹੋ, ਟਰੈਵਲ ਨਹੀਂ ਕੀਤਾ, ਤਾਂ ਪਲੀਜ਼ ਮੇਰੀ ਇਹ ਹੰਬਲ ਰਿਕੁਐਸਟ ਆ। ਭਾਵੇਂ CIC ਨੇ ਇਹ ਚੀਜ਼ ਕਹਿ ਦਿੱਤੀ ਹੈ ਕਿ ਸਾਰੀ ਦੀ ਸਾਰੀ ਐਜੂਕੇਸ਼ਨ ਆਨਲਾਈਨ ਕੰਪਲੀਟ ਕਰਕੇ ਤੁਸੀਂ PGW ਪਾ ਸਕਦੇ ਹੋ, ਇੱਥੋਂ PGW ਨਹੀਂ ਪਾਉਣਾ। ਕਿਸੇ ਵੀ ਹਾਲਾਤ ਦੇ ਵਿੱਚ ਇੱਥੋਂ ਬੈਠ ਕੇ PGW ਨਹੀਂ ਪਾਉਣਾ। ਜਦੋਂ ਵੀ PGW ਪਾਉਣਾ ਉਹ ਕੈਨੇਡਾ ਪਹੁੰਚ ਕੇ ਪਾਉਣਾ। ਜੇ ਕੈਨੇਡਾ ਨਹੀਂ ਪਹੁੰਚ ਪਾਏ, ਪੜ੍ਹਾਈ ਐਕਸਟੈਂਡ ਕਰ ਲਓ, 1 ਸਾਲ ਦਾ ਕੋਰਸ ਹੋਰ ਚੱਕ ਲਓ। ਦੋਸਤੋ, ਗੱਲਾਂ ਆਪਾਂ ਪਿਛਲੀਆਂ ਰਮਜ਼ਾਂ ਸਮਝਣੀਆਂ ਨੇ ਹਾਈ ਕਮਿਸ਼ਨ ਦੀਆਂ, ਉਹਨਾਂ ਕੋਲੇ ਲੈਣਾ ਲੱਗੀਆਂ ਪਈਆਂ ਨੇ ਬਾਹਰ ਜਾਣ ਵਾਲਿਆਂ ਦੀਆਂ। ਉਹਨਾਂ ਨੇ ਛਾਨਣਾ ਬਰੀਕ ਹੀ ਰੱਖਣਾ ਆ। ਗੱਲਾਂ ਭਾਵੇਂ ਸਾਡੇ ਨਾਲ ਦੇ ਏਜੰਟ ਕਈ ਕਰੀ ਜਾਣ ਵੀ 4 ਲੱਖ ਮੰਗ ਲਿਆ, 5 ਲੱਖ ਮੰਗ ਲਿਆ, ਇਹ ਨਹੀਂ ਹੈ ਕਿ ਹੁਣ ਟਰਾਲੀਆਂ ਭਰ ਜਾਣਗੇ ਲੋਕ। ਅਗਲੇ ਚੁਣ ਕੇ ਲਿਜਾਣਗੇ, ਚੁਣ ਕੇ ਲੈ ਕੇ ਜਾ ਰਹੇ ਆ। ਸੋ ਆਪਾਂ ਨੂੰ ਮੈਰਿਟ ਚਾਉਣਾ ਪਊਗਾ। ਜਿਹੜੇ ਬੱਚੇ +2 ਵਾਲੇ ਪੇਪਰ ਦੇਣ ਜਾ ਰਹੇ ਨੇ, ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਪੇਪਰ ਵਧੀਆ ਤਰੀਕੇ ਨਾਲ ਪੜ੍ਹਨਾ ਸ਼ੁਰੂ ਕਰ ਦਿਓ। ਜੋ ਸਾਡਾ ਲੇਜ਼ੀਨੈਸ, ਸਾਡੀ ਉਹ ਇੱਕ 6-7 ਮਹੀਨੇ ਦੀ ਚੜ੍ਹੀ ਹੋਈ ਆ, ਉਹਨੂੰ ਹੁਣ ਉਤਾਰ ਸਿੱਟੋ। ਅਗਲੇ ਆਪਦੇ ਫਿਊਚਰ ਬਾਰੇ ਸੋਚ ਕੇ, ਮਿਹਨਤ ਕਰਕੇ, ਚੰਗੇ ਬੈਂਡ ਲੈ ਕੇ, ਰਿਕੁਆਇਰਡ ਬੈਂਡ ਸਕੋਰ ਲੈ ਕੇ, ਤੇ ਚੰਗੇ 70% ਤੋਂ ਬਾਅਦ ਆਪਦੇ ਅਕੈਡਮਿਕ ਸਕੋਰ ਲੈ ਕੇ ਫਿਰ ਆਪਦਾ ਕੇਸ ਲਾਓ। ਇੰਨਾ ਕਹਿੰਦਾ ਖਿਮਾ ਦਾ ਜਾਚਕਾਂ ਦੋਸਤੋ, ਧੰਨਵਾਦ।